ਨੇ ਅਸੀਂ ਜਿਹੜਾ ਮੂੰਹ ਖੋਰਾ ਹੈ ਨਾ ਉਸ ਦਾ ਵਾਇਦ ਇਲਾਜ ਵੀ ਡੰਗਰ ਨੂੰ ਮੂੰਹ ਖੋਰਾ ਹੋ ਜਾਵੇ ਨਾ ਅਸੀਂ ਦਵਾਈ ਕਦੇ ਨਹੀਂ ਦਿੱਤੀ। ਠੀਕ ਹੈ। ਨਾ ਡਾਕਟਰ ਨੂੰ ਕਦੀ ਸੱਦਿਆ। ਠੀਕ ਹੈ। ਰੋਟੀ ਪਕਾ ਲੈਣੀ ਹੈ, ਚਾਹੇ ਉਹ ਤੰਦੂਰ ਤੇ ਪਕਾ ਲਈਏ ਚਾਹੇ ਤਵੇ ਤੇ ਪਕਾ ਲਈਏ। ਠੀਕ ਹੈ। ਉਹ ਹਲਕੀ ਨੀਮ ਕੋਸੀ ਨਾ ਉਹ ਠੰਡੀ ਹੋਵੇ ਤੇ ਨਾ ਐਡੀ ਗਰਮ ਹੋਵੇ। ਠੀਕ ਹੈ। ਨੀਮ ਗਰਮ ਹੈ। ਹਾਂ, ਇੱਕ ਦੋ ਰੋਟੀਆਂ ਖਵਾ ਦੇ ਡੰਗਰ ਸਹੀ ਹੋ ਜਾਂਦਾ ਮੂੰਹ ਕੋਸੀ। ਆ ਸਾੜੂ ਮਾਰ ਜਾਂਦੀਆਂ ਮੱਝਾਂ ਜੀ, ਉਸ ਦਾ ਅਸੀਂ ਕਦੀ ਕਿਸੇ ਡਾਕਟਰ ਤੋਂ ਦਵਾਈ ਨਹੀਂ ਲਈ। ਅਸੀਂ ਮੈਂ ਆਪਣਾ ਮਿਸਾਲਾ ਦੇਣਾ, ਇਹ ਜਿਹੜੀ ਕੂਣੀ ਹੁੰਦੀ ਹੈ ਨਾ, ਅੱਛਾ, ਇਹ ਇੱਥੇ ਕੱਟ ਮਾਰ ਦੇਈਏ ਨਾ ਡੰਗਰ ਨੂੰ ਤਾਜ਼ੇ ਸੂਏ। ਅੱਛਾ, ਤੇ ਉਹ ਥਣਾ ਚੋਂ ਨਾ ਜਦੋਂ ਚੋਗੇ ਤੇ ਉਦੋਂ ਖੂਨ ਆ ਜਾਏ। ਮੀਟਕੀ ਤੋਂ ਇਹ ਮੁਰਾਦ ਹੁੰਦੀ ਉਹ ਵਾਲ ਤੋਂ ਬਰੀਕ ਧਾਰ ਹੋ ਜਾਂਦੀ ਹੈ ਤੇ ਬਾਅਦ ਹੀ ਥਣ ਬੰਦ ਹੋ ਜਾਂਦਾ ਹੈ। ਅੱਛਾ, ਉਹਨੇ ਡਾਕਟਰ ਨੂੰ ਸੱਦਿਆ ਤੇ ਡਾਕਟਰ ਆਖਿਆ ਜੀ ਇਹ ਥਣ ਕੱਟਣਾ ਪਏਗਾ। ਇੱਕ ਮੱਝ ਦਾ ਉਹਦਾ ਅੱਗੇ ਹੀ ਕੱਟਿਆ ਹੋਇਆ ਸੀ। ਉਹ ਸਮਾਨ ਆ ਗਿਆ। ਮੈਂ ਆਖਿਆ ਤੂੰ ਛੱਡ ਦੇ ਯਾਰ, ਇਹ ਨਹੀਂ ਕੱਟਣਾ, ਨਹੀਂ ਇਹ ਥਣ ਸਹੀ ਹੋ ਜਾਏਗਾ। ਡਾਕਟਰ ਆਖਿਆ ਜੀ ਇਹ ਕੱਟਣ ਤੋਂ ਇਲਾਵਾ ਸਹੀ ਨਹੀਂ ਹੋ ਸਕਦਾ। ਅੱਛਾ, ਮੈਂ ਕਿਹਾ ਜੀ ਤੂੰ ਜਾ, ਅੱਲਾ ਖੈਰ ਕਰੇਗਾ। ਠੀਕ ਹੈ। ਮੈਂ ਉਹਨੂੰ ਆਪਣਾ ਦੇਸੀ ਨੁਕਸਾ ਦਿੱਤਾ। ਅੱਛਾ, ਉਹ ਥਣ ਖੁੱਲ ਗਿਆ। ਥਣ ਬਿਲਕੁਲ ਬੰਦ ਵੀ ਹੋਏਗਾ, ਖੁੱਲ ਜਾ, ਮੂੰਹ ਖੋਰਾ ਹੋ ਜਾਂਦਾ ਤੇ ਉਸ ਦਾ ਚੂਨਾ ਜਿਹੜਾ ਨਾ ਇਹ ਹਰ 15 ਦਿਨ ਬਾਅਦ ਉਹ ਫਰਸ਼ ਪੱਕਾ ਹੋਵੇ, ਉਹ ਜਗ੍ਹਾ ਕੱਚੀ ਹੋਵੇ, ਅੰਦਰ ਵੀ ਪਾਣਾ ਬਾਹਰ ਜਿੱਥੇ ਬੰਨਣੀਆਂ ਨਾ ਆ ਜਾਵਾਂ ਜੂਆਂ ਦੇ ਹੇਠ ਸੁੱਟ ਦੇਣਾ। ਜ਼ਿੰਦਗੀ ਦੇ ਵਿੱਚ ਡੰਗਰ ਨੂੰ ਮੂੰਹ ਖੋਰਾ ਨਹੀਂ ਆਇਆ। ਜਿਹੜੀ ਮੱਝ ਪਿੱਛਾ ਮਾਰ ਜਿਹਦਾ ਕਰਦੇ ਹੋ ਉਹਦਾ ਵੀ ਇਲਾਜ ਹੈ। ਦੱਸੋ ਜੀ। ਉਹਦਾ ਗੁੜ ਦਾ ਵੀ ਇਲਾਜ ਹੈ ਤੇ ਇੱਕ ਹੋਰ ਵੀ ਇਲਾਜ। ਦੋ ਇਲਾਜ ਦੱਸੋ ਜੀ। ਜਦੋਂ ਡੰਗਰ ਸੂ ਜਾਵੇ ਇੰਨੇ ਪਾਂਦੇ ਲਿਆ ਕੇ ਨਾ ਉੱਤੋਂ ਪਾਂਦ ਲਾ ਕੇ, ਹਾਂਜੀ ਹਾਂਜੀ, ਉਹ ਖਵਾ ਦੇ 10 ਮਿੰਟ ਬਾਅਦ ਮੱਝ ਜੇਰ ਸੁੱਟੇ। ਦੁੱਧ ਵਧਾਉਣ ਦਾ ਵੀ ਹੈ। ਹਾਂਜੀ ਦੱਸੋ। ਹੁਣ ਇਹਦੇ ਕਈ ਤਰੀਕੇ ਹੁੰਦੇ ਨੇ। ਜਿਸ ਬੰਦੇ ਨੂੰ ਮੈਂ ਚੈਲੰਜ ਨਾਲ ਆਣਾ ਲਿਖ ਕੇ ਦੇਣਾ, ਅੱਛਾ ਮੇਰਾ ਨੁਕਸਾ देवे थाने च नार रह जावे, मैं जुर्मदार। क्या बात। बिस्मिल्लाहिर्रहमानिर्रहीम। अस्सलामुअलैकुम व्यूअर्स, आप देख रहे हैं बिजनेस इन्फो ऑफिशियल। मैं हूं बिलाल नज़ीर। फार्मर भाइयों, अगर ये वीडियो नहीं देखी तो फिर कुछ भी नहीं देखा। इंतहाई नायाब नुस्खे, तरीके, देसी इलाज इस वीडियो में मोहम्मद इकबाल साहब आपके साथ शेयर करने जा रहे हैं, तो वीडियो आखिर तक ज़रूर देखिएगा। अस्सलाम वालेकुम जी। वालेकुम सलाम। भाईजान की नाम है थोड़ा? मोहम्मद इकबाल जी। मोहम्मद इकबाल साहब, एक केड़ा इलाका है, केड़ा पिंड है? मेरा जी जिला बिहाड़ी, चक नंबर 206 EB 36 ਚੱਕਰ ਲਾਣਾ। ਅੱਛਾ, ਇਹ ਦੱਸਿਓ ਕਿ ਮੱਝਾਂ ਦਾ ਕੰਮ ਤੁਹਾਨੂੰ ਕਿੰਨੀ ਦੇਰ ਹੋ ਗਈ ਕਰਦੇ ਆ? ਮੈਨੂੰ ਤਾਂ ਜ਼ਿੰਦਗੀ ਗੁਜ਼ਰ ਗਈ। ਜ਼ਿੰਦਗੀ ਗੁਜ਼ਰ ਗਈ। ਬਚਪਨ ਤੋਂ ਹੀ ਕਰ ਰਹੇ ਹਾਂ। ਕੀ ਤੁਸੀਂ ਸਿੱਖਿਆ ਇਸ ਕੰਮ ਨੂੰ? ਕੀ ਤੁਹਾਨੂੰ ਇਹਦੇ ਮਾਲੂਮਾਤ ਹਾਸਲ ਹੋ ਚੁੱਕੀਆਂ ਨੇ? ਇਹਦਾ ਮਾਲੂਮਾਤ ਇਹ ਕਿ ਬੰਦਾ ਡੰਗਰ ਦੀ ਸਹੀ ਹਿਫਾਜ਼ਤ ਕਰੇ, ਸਹੀ ਤਰੀਕੇ ਨਾਲ ਉਹਨੂੰ ਰੱਖੇ ਤੇ ਡੰਗਰ ਘਾਟਾ ਨਹੀਂ ਦਿੰਦਾ। ਜ਼ਬਰਦਸਤ, ਬਿਲਕੁਲ ਸਹੀ ਕਹਿ ਰਹੇ ਹੋ। ਮੁਨਾਫਾ ਦਿੰਦਾ ਤੇ ਜੇ ਨਾ ਤਵੱਜੋ ਕਰੀਏ ਤੇ ਫਿਰ ਉਹਨੇ ਕੁਝ ਨਹੀਂ ਦੇਣਾ। ਡੰਗਰ ਸਹੀ ਰੱਖਣ ਤੋਂ ਕੀ ਮੁਰਾਦ ਲੈਂਦੇ ਹੋ? ਸਹੀ ਰੱਖਣ ਤੋਂ ਵੀ ਟਾਈਮ ਤੇ ਉਹਨੂੰ ਪਾਣੀ ਪਿਆਓ, ਉਹਨਾਂ ਦੀ ਵੇਖਭਾਲ ਕਰੋ, ਉਹਨਾਂ ਨੂੰ ਨਵਾਓ, ਉਹਨਾਂ ਦੀ ਸਫਾਈ ਰੱਖੋ, ਪੱਠੇ ਸੋਹਣੇ ਪਾਓ, ਟਾਈਮ ਤੇ ਪਾਓ, ਟਾਈਮ ਤੇ ਚੁਆਈ ਕਰੋ, ਡੰਗਰ ਸਹੀ ਰਹਿੰਦਾ। ਮਿਸਾਲੇ ਜਿਹੜੇ ਨੇ ਉਹ ਮਹੀਨੇ 'ਚ 2 ਵਾਰੀ ਮਿਸਾਲਾ ਲਾਜ਼ਮੀ ਲੈਣਾ ਚਾਹੀਦਾ। ਅੱਛਾ, ਕਿਹੜਾ ਮਸਾਲਾ ਦੇਣਾ ਚਾਹੁੰਦੇ ਹੋ? ਅਸੀਂ ਤੇ ਮੈਂ ਹੁਣ ਮਿਸਾਲਾ ਜਿਹੜਾ ਬਣਾਇਆ ਹੈ, ਪਿਆਜ਼, ਰਤੀਆਂ ਮਿਰਚਾਂ ਡੰਡਲੀ ਵਾਲੀਆਂ, ਠੀਕ ਹੈ, ਪੌੜ ਤੁਮਾ, ਕਾਲਾ ਲੂਣ, ਅਦਰਕ, ਸਹੀ ਹੈ, ਤੇ ਜਵੈਣ ਤੇ ਸੌਂਫ, ਇਹ ਮੈਂ ਪਾ ਕੇ ਰੱਖ ਦਿੱਤੇ ਨੇ। ਇਹ ਕਿਹਦੇ ਚ ਪਾਣੀ ਚ ਪਾ ਕੇ ਰੱਖੇ? ਨਹੀਂ, ਇਹ ਮਟਕਿਆਂ 'ਚ ਪਾ ਕੇ ਰੱਖ ਦਿੱਤੇ ਨੇ। ਇਹ ਸਾਰਾ ਕੁਝ ਮਿਕਸ ਕਰਕੇ ਪਹਿਲੇ ਉਹਨਾਂ ਨੂੰ ਦਾਦਰ ਜਿਹਾ ਕੀਤਾ? ਹਾਂ, ਦਾਦਰ ਕੀਤਾ, ਕੱਟ ਕੁੱਟ ਕੇ ਹਰ ਸ਼ੈ। ਅੱਛਾ, ਤੇ ਮਟਕਿਆਂ 'ਚ ਪਾ ਦਿੱਤਾ। ਉਹ ਤਕਰੀਬਨ ਹੁਣ ਮੇਰਾ 10 ਦਿਨਾਂ 15 ਦਿਨਾਂ ਤਿਆਰ ਹੋ ਜਾਏਗਾ। ਠੀਕ ਹੈ। ਅੱਛਾ, ਇਹ ਦੁਬਾਰਾ ਦੱਸਿਓ ਕਿੰਨੀਆਂ ਚੀਜ਼ਾਂ ਪਾਈਆਂ ਜੇ? ਇਹ ਜੀ ਪਿਆਜ਼ ਇੱਕ ਪਿਆਜ਼ ਕਿੰਨਾ ਪਾਣਾ? 1 ਕਿਲੋ? ਨਹੀਂ 1 ਕਿਲੋ ਨਹੀਂ। ਅੱਛਾ, ਇੱਕ ਹੀ ਪਿਆਜ਼ ਡੰਗਰਾਂ ਦੇ ਹਿਸਾਬ ਨਾਲ। ਉਹ ਮੇਰੇ 20 ਡੰਗਰ ਨੇ। ਅੱਛਾ, ਮੈਂ 5 ਕਿਲੋ ਪਿਆਜ਼ ਪਾਈ ਹੈ। ਅੱਛਾ, 5 ਕਿਲੋ ਪਿਆਜ਼ ਹੋ ਗਿਆ। 5 ਕਿਲੋ ਪਿਆਜ਼ ਪਾਈ ਹੈ। ਰਤੀ ਮਿਰਚ ਜਿਹੜੀ ਹੈ ਨਾ ਡੰਡਲੀ ਵਾਲੀ ਜੀ, ਉਹ 4 ਕਿਲੋ ਪਾਈ ਹੈ। ਠੀਕ ਹੋ ਗਿਆ, 4 ਕਿਲੋ ਮਿਰਚ ਹੋ ਗਈ। 4 ਕਿਲੋ ਮਿਰਚ ਹੋ ਗਈ। ਤਕਰੀਬਨ 10 ਤੋਂ 15 ਕਿਲੋ ਕੌੜ ਤੋਂ ਮੈਚ 10 ਤੋਂ 15 ਕਿਲੋ। ਠੀਕ ਹੋ ਗਿਆ। ਉਹ ਪਾ ਦਿੱਤੇ ਨੇ। 2 ਕਿਲੋ ਉਸ ਵਿੱਚ ਗੁੜ ਪਾਇਆ। 2 ਕਿਲੋ ਗੁੜ, ਠੀਕ ਹੋ ਗਿਆ। 2 ਕਿਲੋ ਗੁੜ ਹੋ ਗਿਆ। 2 ਕਿਲੋ ਕਾਲਾ ਨਮਕ ਪਾਇਆ। ਕਾਲਾ ਨਮਕ ਹੋ ਗਿਆ 2 ਕਿਲੋ। ਹਾਂਜੀ, 1 ਕਿਲੋ ਜਵੈਣ ਪਾਈ ਹੈ ਤੇ 1 ਕਿਲੋ ਸੌਂਫ ਪਾਏ ਨੇ। ਠੀਕ ਹੈ, ਜਵੈਣ ਤੇ ਸੌਂਫ 1 ਕਿਲੋ। ਹਾਂਜੀ, ਬਿਹਤਰੀਨ। 2 ਕਿਲੋ ਅਦਰਕ ਪਾਈ। 2 ਕਿਲੋ ਅਦਰਕ ਹੋ ਗਿਆ। ਠੀਕ ਹੈ, ਇਹਦਾ ਤਿਆਰ ਕਰਨ ਦਾ ਤਰੀਕਾ ਦੱਸਿਓ। ਤਿਆਰ ਇਹ ਵੀ ਇਹਨੂੰ ਕੱਟ ਕੇ, ਠੀਕ ਹੈ, ਮਟਕੇ 'ਚ ਪਾ ਦਿਓ। ਮਿੱਟੀ ਦੇ ਮਟਕੇ ਹੁੰਦੇ ਨੇ, ਠੀਕ ਹੈ, ਉਹਦੇ ਵਿੱਚ ਪਾ ਦਿਓ। ਇਹ ਆਪੇ ਪਾਣੀ ਛੱਡੇਗਾ, ਆਪੇ ਗਲੇਗਾ, ਆਪੇ ਬਣੇਗਾ। ਬਸ 10 ਦਿਨਾਂ ਬਾਅਦ ਉਹਨੂੰ ਹਿਲਾ ਦੇਣਾ। ਠੀਕ ਹੈ, ਮਟਕੇ ਨੂੰ ਹੀ ਹਿਲਾਣਾ, ਵਿੱਚ ਹੱਥ ਹੁੱਥ ਨਹੀਂ ਮਾਰਨਾ। ਠੀਕ ਹੋ ਗਿਆ। ਮਟਕਾ ਹੀ ਇੰਜ ਹਿਲਾ ਦੇਣਾ। ਹਿਲਾ ਕੇ ਉਹਨੂੰ ਰੱਖ ਦਿਓ। ਉਹ ਪਾਣੀ ਜਦੋਂ ਖੁਸ਼ਕ ਹੋ ਜਾਏਗਾ ਨਾ, ਤੇ ਉਹ ਇੱਕ ਸੁੱਕਾ ਜਿਹਾ ਮਸਾਲਾ ਬਣ ਜਾਏਗਾ। ਅੱਛਾ, ਇੱਕ ਮੁੱਠ ਜਿਹੜੀ ਹੈ ਨਾ ਡੰਗਰ ਵਾਸਤੇ ਉਹ ਬੜੀ 15 ਦਿਨ ਬਾਅਦ 1 ਮੁੱਠ ਦੇ ਦਿਓ। ਨਾ ਥਣਾ 'ਚ ਨੁਕਸ ਹੁੰਦਾ। ਅੱਛਾ, ਨਾ ਵਾਈਬਾਦੀ ਹੁੰਦੀ ਹੈ, ਨਾ ਥਣ 'ਚ ਨਾੜ ਹੁੰਦੀ ਹੈ, ਨਾ ਕੋਈ ਚੀਜ਼ ਨਹੀਂ ਹੁੰਦੀ। ਇਹ ਫਾਰਮੂਲਾ ਤੁਹਾਡਾ ਅਜ਼ਮੂਦਾ ਫਾਰਮੂਲਾ? ਇਹ ਅਜ਼ਮੂਦਾ ਜੀ। ਇਹ ਤੁਹਾਡਾ ਫਾਰਮੂਲਾ ਕਿਸਾਨ ਦੋਸਤਾਂ ਵਾਸਤੇ ਬਹੁਤ ਮੁਫੀਦ ਫਾਰਮੂਲਾ ਹੋਏਗਾ। ਹਾਂਜੀ, ਬੜੀ ਜ਼ਬਰਦਸਤ ਤੁਸੀਂ ਇਹ ਫਾਰਮੂਲਾ ਜਿਹੜਾ ਦੱਸਿਆ। ਤੇ ਮੱਝਾਂ ਨੂੰ ਕਿੰਨੀ ਦੇਰ ਬਾਅਦ ਦੇਣਾ? 15 ਦਿਨ ਬਾਅਦ। ਹਰ 15 ਦਿਨ ਬਾਅਦ? ਤਕਰੀਬਨ ਅੱਧ ਪਾਈਆ ਹੱਥ 'ਚ ਆ ਜਾਂਦਾ ਹੈ। ਅੱਛਾ, ਠੀਕ ਹੈ। ਅੱਧ ਪਾਈਆ ਹਰ 15 ਦਿਨ ਬਾਅਦ ਡੰਗਰ ਨੂੰ ਦਿੰਦਾ ਰਹੋ। ਅੱਛਾ, ਥੂਮ ਪਾਣਾ ਇਸ 4 ਕਿਲੋ ਥੂਮ
ਉਹ ਮੈਂ ਭੁੱਲ ਗਿਆ। ਠੀਕ ਹੋ ਗਿਆ। 4 ਕਿਲੋ ਥੂਮ ਪਾਣਾ। ਮੱਝ ਨੂੰ ਨਾ ਮਿਟਕੀ ਹੋ ਗਈ ਥਣ ਨੂੰ। ਅੱਛਾ। ਮੈਂ ਉਹਨੂੰ ਫੋਨ ਕੀਤਾ ਵੀ ਥਣ ਨੂੰ ਮਿਟਕੀ ਹੋ ਗਈ, ਥਣ ਬੰਦ ਹੋ ਗਿਆ। ਮਿਟਕੀ ਤੋਂ ਕੀ ਮੁਰਾਦ ਲੈਂਦੇ ਹੋ? ਮਿਟਕੀ ਤੋਂ ਇਹ ਮੁਰਾਦ ਹੁੰਦੀ ਉਹ ਵਾਲ ਤੋਂ ਬਰੀਕ ਧਾਰ ਹੋ ਜਾਂਦੀ ਹੈ ਤੇ ਬਾਅਦ ਹੀ ਥਣ ਬੰਦ ਹੋ ਜਾਂਦਾ ਹੈ। ਅੱਛਾ। ਉਹਨੇ ਡਾਕਟਰ ਨੂੰ ਸੱਦਿਆ ਤੇ ਡਾਕਟਰ ਆਖਿਆ ਜੀ ਇਹ ਥਣ ਕੱਟਣਾ ਪਏਗਾ। ਇੱਕ ਮੱਝ ਦਾ ਉਹਦਾ ਅੱਗੇ ਹੀ ਕੱਟਿਆ ਹੋਇਆ ਸੀ। ਉਹ ਸਮਾਨ ਸਮੂਨ ਆ ਗਿਆ। ਮੈਂ ਆਖਿਆ ਤੂੰ ਛੱਡ ਦੇ ਯਾਰ, ਇਹ ਨਹੀਂ ਕੱਟਣਾ, ਨਹੀਂ ਇਹ ਥਣ ਸਹੀ ਹੋ ਜਾਏਗਾ। ਡਾਕਟਰ ਆਖਿਆ ਜੀ ਇਹ ਕੱਟਣ ਤੋਂ ਇਲਾਵਾ ਸਹੀ ਨਹੀਂ ਹੋ ਸਕਦਾ। ਅੱਛਾ। ਮੈਂ ਕਿਹਾ ਜੀ ਤੂੰ ਜਾ, ਅੱਲਾ ਖੈਰ ਕਰੇਗਾ। ਠੀਕ ਹੈ। ਮੈਂ ਉਹਨੂੰ ਆਪਣਾ ਦੇਸੀ ਨੁਸਖਾ ਦਿੱਤਾ। ਅੱਛਾ। ਉਹ ਥਣ ਖੁੱਲ ਗਿਆ। ਉਹ ਜੀ ਦਿੱਤਾ ਸੀ 1 ਪਾ ਠਿਕਰੀ ਨਿਸਾਦਰ, 1 ਪਾ ਹਲਦੀ, ਠੀਕ ਹੈ, ਕਿਲੋ ਤੇਲ ਤੇ ਕਿਲੋ ਦਹੀਂ, 1 ਛਟਾਕ ਨਿਸਾਦਰ ਤੇ 1 ਛਟਾਕ ਹਲਦੀ, 1 ਪਾਈਆ ਤੇਲ, ਪਾਈਆ ਦਹੀਂ। ਇਹ ਅੱਜ ਦੇਣੀ ਹੈ। ਅੱਛਾ। ਕੱਲ ਨਹੀਂ ਦੇਣੀ। ਇੱਕ ਦਿਨ ਛੱਡ ਕੇ ਫਿਰ ਇਹ ਹੀ ਨੁਕਸਾ, ਇੰਨਾ ਹੀ ਵਜ਼ਨ ਦੂਸਰੇ ਦਿਨ ਦੇਣਾ। ਇੱਕ ਦਿਨ ਛੱਡ ਕੇ, ਯਾਨੀ ਉਹ ਪਾਈਆ ਨਿਸਾਦਰ ਦੇਣਾ ਤੇ ਪਾਈਆ ਹੀ ਹਲਦੀ ਦੇਣੀ ਹੈ ਤੇ ਕਿਲੋ ਤੇਲ ਆ ਜਾਣਾ ਤੇ ਕਿਲੋ ਦਹੀਂ ਆ ਜਾਣਾ। ਸਹੀ ਹੈ। ਥਣ ਬਿਲਕੁਲ ਬੰਦ ਵੀ ਹੋਏਗਾ, ਖੁੱਲ ਜਾਏ। ਜ਼ਬਰदस्त, क्या बात है। और वो मज फिर दोबारा सूई है, वो चुंदे रहे अज देना है, एक दिन छड़ के तो फिर ये पाइया, फिर मतलब ये इस तरह छटाक निसादर से छटाक हल्दी, पाइया तेल, पाइया दही, ये अज दे देनी है। यही चीज़ा एक दिन छड़ के फिर दे, यानी वो पाइया जिस दिन निसादर तीसरी खुराक तुम दोगे ना, थन बिल्कुल खुल जाएगा। अच्छा, ये फार्मूला आजमूद है। हाँ, पेट फुल जाए, पेट फुल जाए। इसका ये जो मिसाला तुहानू दस्सिया जी, ये वायद इलाज। अच्छा जी। मूँह खुर हो जाता इन्हां नूं, मूँह खुर हो जाता है। उसका चूना जिहड़ा ना ये हर 15 दिन बाद वो फर्श पक्का होवे, वो जगह कच्ची होवे, सफाई करके थले, यानी हुण मेरे 20 डंगर ने। अच्छा। मैं 20 किलो चूना मंगाना। ठीक है। ਇੱਥੇ ਵੀ ਪਾਣਾ ਹੈ, ਅੰਦਰ ਵੀ ਪਾਣਾ ਹੈ, ਬਾਹਰ ਜਿੱਥੇ ਬੰਨਣੀਆਂ ਨਾ ਅੱਜ ਜਾਵਾਂ ਜੂਆਂ ਦੇ ਹੇਠ ਸੁੱਟ ਦੇਣਾ। ਜ਼ਿੰਦਗੀ ਦੇ ਵਿੱਚ ਡੰਗਰ ਨੂੰ ਮੂੰਹ ਖੋਰਾ ਨਹੀਂ ਆਇਆ। ਜ਼ਬਰਦਸਤ। ਇਹ ਚੂਨੇ ਨਾਲ ਇਲਾਜ ਕਰ ਛੜਿਆ। ਚੂਨੇ ਨਾਲ ਇਲਾਜ ਕਰ ਨਾ ਚਿੱਟਾ ਪਏਗਾ। ਅੱਛਾ। ਡੰਗਰ ਨੂੰ ਨੁਕਸਾਨ ਤੇ ਨਹੀਂ ਹੁੰਦਾ ਦਾ ਚੂਨੇ ਦਾ? ਨੁਕਸਾਨ ਨਹੀਂ। ਯਾਨੀ ਅਗਰ ਮੱਝ ਚੱਟ ਲੈਂਦੀ, ਚੱਟ ਵੀ ਲਵੇ, ਮੈਂ ਟੈਂਕੀ ਸੁੱਟਣਾ, ਮੈਂ ਡੰਗਰਾਂ ਨੂੰ ਪਿਵਾਣਾ। ਅੱਛਾ ਜੀ। ਯਹਾਂ ਪਾਈਆ ਹੁਣ ਮੇਰੀ ਐਡੀ ਟੈਂਕੀ ਹੈ ਨਾ ਜੀ, ਪਾਈਆ ਚੂਨਾ ਵਿੱਚ ਸੱਟ ਦੇਣਾ। ਅੱਛਾ। ਤੇ ਭਰ ਦੇਣੀ ਹੈ, ਡੰਗਰ ਪੀ ਲੈ। ਜਿਹੜੀ ਮੱਝ ਪਿੱਛਾ ਮਾਰ ਜਿਹਦਾ ਕਰਦੇ ਹੋ, ਉਹਦਾ ਵੀ ਇਲਾਜ ਹੈ। ਦੱਸੋ ਜੀ। ਉਹਦਾ ਗੁੜ ਦਾ ਵੀ ਇਲਾਜ ਹੈ ਤੇ ਇੱਕ ਹੋਰ ਵੀ ਇਲਾਜ। ਦੋ ਇਲਾਜ ਦੱਸੋ ਅੱਜ। ਜਿਹੜੀ ਪਹਿਲੀ ਵਾਰੀ ਪਿੱਛਾ ਮਾਰੇ ਵੀ, ਅੱਗੇ ਕਦੀ ਨਾ ਮਾਰਿਆ ਤੇ ਉਹਨੇ ਪਿੱਛਾ ਮਾਰ ਲਿਆ, ਠੀਕ ਹੈ, 2 ਕਿਲੋ ਗੁੜ ਲੈ ਕੇ ਉਹਨੂੰ ਕੁੱਟ ਕੇ ਤੇ ਉਹਦਾ ਸ਼ਰਬਤ ਬਣਾ ਲੈ। ਅੱਛਾ। ਸ਼ਰਬਤ ਬਣਾ ਕੇ ਤੇ ਉਹਨੂੰ ਦੇ ਦੇਣਾ। ਠੀਕ ਹੈ। ਪਿੱਛਾ ਮਾਰਨੀ ਛੱਡ ਜਾਏਗੀ। ਕਿੰਨਾ? 2 ਕਿਲੋ ਪੂਰਾ ਹੀ ਦੇ ਦੇਣਾ? ਹਾਂ, ਪੂਰਾ 2 ਕਿਲੋ। ਠੀਕ ਹੋ ਗਿਆ। ਯਾਨੀ 2 ਕਿਲੋ ਗੁੜ ਲਿਆ ਨਾ ਤੁਸੀਂ, ਠੀਕ ਹੈ, ਕਿਲੋ ਦਾ ਸ਼ਰਬਤ ਬਣਾ ਕੇ ਅੱਜ ਦੇ ਦਿਓ, ਅਗਲੇ ਟਾਈਮ ਕਿਲੋ ਦਾ ਸ਼ਾਮ ਨੂੰ ਦੇ ਦਿਓ। ਉਸ ਦਾ ਕੋਈ ਨੁਕਸਾਨ ਨਹੀਂ, ਕੋਈ ਹਰਜ ਨਹੀਂ ਵੀ ਉਹ ਮੱਝ ਨੂੰ ਕੋਈ ਡਿਫੈਕਟ ਬਣੇਗਾ ਜਾਂ ਕੁਝ ਹੋਏਗਾ, ਨਹੀਂ। ਉਹ ਠੰਡਾ ਹੁੰਦਾ, ਉਹਨੂੰ ਜਾ ਕੇ ਠੰਡਿਆਂ ਕਰ। ਅੱਛਾ, ਇੱਕ ਤਾਂ ਗੁੜ ਵਾਲਾ ਨੁਸਖਾ ਹੋ ਗਿਆ। ਦੂਜਾ ਇਹ ਵੀ ਜੇ ਨਾ ਰੁਕੇ ਪਿੱਛਾ, ਅਗਰ ਫਰਜ਼ ਕੀਤਾ ਇੱਕ ਡੰਗਰ ਨਹੀਂ ਰੋਕਦਾ ਤੇ 2-3 ਸਾਲੀ ਪੁਰਾਣੀ ਬੋਰੀ ਲੈ ਲੈਣੀ। ਅੱਛਾ। ਸੇਬੇ ਵਾਲੀ। ਠੀਕ ਹੈ। ਉਹਨੂੰ ਸਾੜ ਕੇ ਉਹਦੀ ਸਵਾਹ ਬਣਾ ਲੈਣੀ। ਅੱਛਾ। ਮੱਖਣ ਲੈ ਲੈਣਾ ਅੱਧਾ ਕਿਲੋ। ਅੱਛਾ। ਉਹਦੇ ਵਿੱਚ ਟੋਆ ਬਣਾ ਕੇ ਤੇ ਉਹ ਪੂਰੀ ਸਵਾਹ ਬੋਰੀ ਦੇ ਵਿੱਚ ਪਾ ਦੇਣੀ ਹੈ, ਉਸ ਮੱਝ ਨੂੰ ਦੇ ਦੇਣੀ। ਪਿਛਲੀ ਪੂਰੀ ਜ਼ਿੰਦਗੀ ਦੇ ਵਿੱਚ ਉਹ ਪਿੱਛਾ ਨਹੀਂ ਮਾਰੀ। ਓਏ ਹੋਏ ਹੋਏ, ਜ਼ਬਰਦਸਤ ਜ਼ਬਰਦਸਤ। ਯਾਨੀ ਮੱਖਣ ਤੇ ਬੋਰੀ ਦਾ ਵੀ ਹੈ ਜ਼ਬਰਦਸਤ ਜਿਹੜਾ ਇਲਾਜ। ਇਹ ਸਾਰੇ ਫਾਰਮੂਲੇ ਅਜ਼ਮੂਦਾ ਨੇ। ਹਾਂਜੀ ਸਭ। ਹਾਂਜੀ। ਜਿਹੜੀ ਮੱਝ ਜਿਓਰ ਨਹੀਂ ਸੁੱਟਦੀ ਉਹਦਾ ਕੀ ਇਲਾਜ ਹੈ? ਉਹਦਾ ਵੀ ਇਲਾਜ ਹੈ। ਦੱਸੋ ਜੀ। ਜਿਓਰ ਇੰਜ ਹੁੰਦੀ ਹੈ ਵੀ ਇੱਕ ਤਾਂ ਟੁੱਟ ਜਾਂਦੀ ਹੈ। ਅੱਛਾ। ਵੀ ਜੇਰ ਸੱਟਣ ਲੱਗਿਆ, ਅੱਧੀ ਡੰਗਰ ਦੀ ਹੋਈ, ਪੈਰ ਆ ਗਿਆ ਡੰਗਰ ਦਾ, ਜਾਂ ਵੈਸੇ ਕਿਸੇ ਨੇ ਹੱਥ ਲਾਇਆ ਤੇ ਉਹ ਟੁੱਟ ਗਈ, ਅੱਧੀ ਅੰਦਰ ਰਹਿ ਗਈ। ਉਸ ਦਾ ਤਰੀਕਾ ਹੈ ਵੀ ਉਹਨੂੰ ਮਿੱਠਾ ਸੋਡਾ ਦੇਣਾ ਪੈਂਦਾ। ਅੱਛਾ। ਤੇ ਗੁਲਕੰਦ। ਠੀਕ ਹੈ। ਅੱਧਾ ਕਿਲੋ ਗੁਲਕੰਦ ਹੋਵੇ, ਤਕਰੀਬਨ 1 ਛਟਾਕੀ ਮਿੱਠਾ ਸੋਡਾ ਲੈ ਕੇ ਉਹ ਗੁਲਕੰਦ ਹੀ ਪਾ ਕੇ, ਦੁੱਧ ਹੀ ਪਾ ਕੇ ਉਹਨੂੰ ਦੇ ਦੇ। ਅੱਛਾ। ਇੱਕ ਦਿਨ ਛੱਡ ਕੇ ਫਿਰ ਇਹੀ ਚੀਜ਼, ਅੱਧਾ ਕਿਲੋ ਗੁਲਕੰਦ, 1 ਛਟਾਕੀ ਸੋਡਾ ਤੇ ਅੱਧਾ ਕਿਲੋ 3 ਪਾ ਦੁੱਧ, ਠੀਕ ਹੈ, ਉਹਨੂੰ ਦੇ ਦੇ। ਉਹਨੇ ਉਹ ਟੁੱਟਦੀ ਹੈ ਕਿਉਂ ਹੈ ਜੇਰ? ਅੱਛਾ। ਜਦੋਂ ਮੱਝ ਜ਼ੋਰ ਲਾਉਂਦੀ ਹੈ ਨਾ ਤੇ ਉਹ ਜਿਹੜਾ ਆਂਦੇ ਉਹ ਮੱਝ ਪਿੱਛਾ ਮਾਰ ਗਈ ਹੈ, ਹਾਂਜੀ, ਉਹਦੇ ਉੱਤੇ ਜੇਰ ਵਲੀ ਜਾਂਦੀ ਹੈ। ਠੀਕ ਹੈ। ਜਦੋਂ ਮੱਝ ਸੋ ਗਈ, ਉਹ ਅੰਦਰ ਚਲਾ ਗਿਆ ਤੇ ਉਹ ਜੇਰ ਜਾ ਕੇ ਨਾ ਫਸ ਜਾਂਦੀ ਹੈ। ਫਸਿਆ ਉਹ ਫਿਰ ਟੁੱਟ ਜਾਂਦੀ ਹੈ। ਠੀਕ ਹੈ। ਉਹਨੇ ਫਿਰ ਗਾਲ ਕੇ ਕੱਢਣੀ ਉਹ, ਜਿਹੜਾ ਇਹ ਨੁਕਸਾ ਦਿਓਗੇ ਨਾ, ਉਹਨੇ ਉੱਤੋਂ ਉਹਦੇ ਲਾ ਕੇ ਗਾਲ ਕੇ ਉਹ ਗੰਦ ਦੇ ਰਹੇ, ਜਿਹੜੀ ਜੇਰ ਅੰਦਰ ਰਹਿ ਜਾਏਗੀ ਉਹ ਬਾਹਰ ਸੁੱਟ ਦੇ। ਠੀਕ ਹੋ ਗਿਆ। ਇੱਕ ਤੇ ਆ ਹੋ ਗਿਆ ਨਾ। ਹਾਂਜੀ। ਦੂਸਰਾ ਤੁਸੀਂ ਜਿਹੜਾ ਦੱਸ ਰਹੇ ਹੋ ਕਿ ਜਿਹਦਾ ਜੋਰ ਟੁੱਟੇ ਹੀ ਨਾ ਟੁੱਟੇ ਤੇ ਉਹ ਨਹੀਂ, ਦੇਰ ਹੋ ਜਾਂਦੀ ਹੈ ਤੇ ਨਹੀਂ ਸੁੱਟਦੀ। ਹਾਂਜੀ, ਮਤਲਬ ਇੱਕ ਦਿਹਾੜੀ ਲੰਘ ਗਈ ਪੂਰੀ। ਮੱਝ ਜਦੋਂ ਸੂ ਜਾਵੇ ਨਾ, ਸਭ ਤੋਂ ਪਹਿਲੇ ਉਹ ਜਲਦੀ ਜੇਰ ਸੁੱਟਦੀ ਹੈ ਜਾਂ ਦੇਰ ਨਾਲ ਸੁੱਟਦੀ ਹੈ। ਨਿਮਕ ਲੈ ਲੈਣਾ। ਅੱਛਾ। ਤਕਰੀਬਨ ਕੋਈ ਪਾਈਕ ਉਹਦੀ ਕੰਡ ਤੇ ਸੱਟ ਕੇ ਤੇ ਚੰਗੀ ਤਰ੍ਹਾਂ ਰਗੜ ਦਿਓ। ਇਹ ਉਹਦੇ ਕੰਡ ਦੇ ਕਿੱਥੇ ਕਰਕੇ ਰਗੜਨਾ? ਪਿੱਛੇ ਦੇ ਉੱਤੇ। ਠੀਕ ਹੈ। ਇਹ ਦੱਸਿਓ। ਇੱਥੇ ਸੱਟੋ, ਇੱਥੇ ਇਹਨਾਂ ਸੰਨਾ ਦੇਣਾ। ਅੱਛਾ। ਇੱਥੋਂ ਤਾਈਂ। ਠੀਕ ਹੈ। ਇਹ ਸਾਰਾ ਨਿਮਕ ਰਗੜ ਕੇ ਨਾ, ਅੱਛਾ, ਤੇ ਉੱਤੇ ਕੋਈ ਕਪੜਾ ਸੁੱਟ ਦਿਓ, ਪਿੱਛੇ ਹਟ ਜਾਣੀ ਮੱਝ ਜੋਰੇ। ਅੱਛਾ। ਉੱਤੇ ਕੋਈ ਕਪੜਾ ਸੁੱਟ ਦਿਓ। ਯਾਨੀ ਕਿ ਜਦੋਂ ਮੱਝ ਸੋਏ ਉਦੋਂ ਇਸ ਜਗ੍ਹਾ ਦੇ ਉੱਤੇ ਨਮਕ ਸੁੱਟ ਕੇ, ਕਿੰਨਾ ਕੁ ਨਮਕ? ਅੱਧਾ ਕਿਲੋ ਦਾ ਸਿਰ? ਨਹੀਂ ਪਾਈਕ ਹੋਵੇ। ਪਾਕ। ਅੱਛਾ। ਠੀਕ ਹੈ। ਪਾਈਕ ਹੋਵੇ। ਉਹ ਸੱਟ ਕੇ ਤੇ ਚੰਗੀ ਤਰ੍ਹਾਂ ਰਗੜ ਕੇ ਉੱਤੇ ਆ ਬੋਰੀ ਸੁੱਟ ਦਿਓ, ਕਪੜਾ ਕੋਈ ਮੋਟਾ ਸੁੱਟ ਦਿਓ,
ਉਹ ਜਲਦੀ ਜ਼ੇਰ ਸੁੱਟ ਦੇਗੀ। ਠੀਕ ਹੈ। ਅਗਰ ਇਹ ਨਹੀਂ ਹੈ ਤੇ ਆ ਕਮਾਂਦ ਨਹੀਂ ਹੁੰਦਾ, ਕਮਾਂਦ ਬੰਨੇ ਜਿਹੜੇ ਆਪਾਂ ਜਦੋਂ ਡੰਗਰ ਸੂ ਜਾਵੇ ਇੰਨੇ ਪਾਂਦੇ ਲਿਆ ਕੇ ਨਾ ਉੱਤੋਂ ਪਾਂਦ ਲਾ ਕੇ ਉਹ ਖਵਾ ਦੇ 10 ਮਿੰਟਾਂ ਬਾਅਦ ਮੱਝ ਜ਼ੇਰ ਸੁੱਟੇ। ਜ਼ਬਰਦਸਤ। ਇਸ ਤੋਂ ਇਲਾਵਾ ਕੋਈ ਹੋਰ ਨੁਸਖਾ ਜਿਹੜਾ ਜ਼ੋਰ ਦੇ ਵੱਲ ਨਾ? ਹੁਣ ਦੱਸੋ ਕਿ ਜਿਹੜੀ ਮੱਝ ਦੁੱਧ ਘਟਾਈ ਜਾਂਦੀ ਹੈ, ਦੁੱਧ ਵਧਾਉਣ ਦਾ ਕੀ ਨੁਸਖਾ ਹੈ? ਦੁੱਧ ਵਧਾਉਣ ਦਾ ਵੀ ਹੈ। ਹਾਂਜੀ ਦੱਸੋ। ਹੁਣ ਇਹਦੇ ਕਈ ਤਰੀਕੇ ਹੁੰਦੇ ਨੇ। ਇੱਕ ਤੇ ਵੀ ਡੰਗਰ ਭੁੱਖਾ ਹੋਵੇ ਤੇ ਉਹ ਦੁੱਧ ਘਟਾ। ਬਿਲਕੁਲ ਸਹੀ ਗੱਲ ਹੈ। ਦੂਆ ਹੈ ਵੀ ਉਹਦੀ ਦੇਖਭਾਲ ਨਾ ਹੋਵੇ ਟਾਈਮ ਤੇ, ਪੱਠੇ ਟਾਈਮ ਤੇ ਨਾ ਪਾਉਣ, ਉਹ ਨਾ ਹੋਵੇ। ਇੱਕ ਅੰਦਰੂਨੀ ਨੁਕਸ ਬਣ ਜਾਂਦਾ ਡੰਗਰ। ਠੀਕ ਹੈ। ਕਿ ਕੁਦਰਤੀ ਉਹ ਅੰਦਰੋਂ ਕੋਈ ਨੁਕਸ ਬਣਿਆ ਤੇ ਉਹ ਦੁੱਧ ਘਟਾ ਜਾਂਦੀ ਹੈ। ਠੀਕ ਹੈ। ਉਹ ਤਾਜ਼ੀ ਸੂਈ ਹੈ, ਮਹੀਨੇ ਦੀ ਸੂਈ ਹੈ, 2 ਦੀ ਸੂਈ ਹੈ, ਉਹ ਦੁੱਧ ਘਟਾ ਗਈ ਹੈ। ਉਸ ਦਾ ਇੱਕ ਛਟਾਕੀ ਲਾਚੀਆਂ ਲੈ ਲੈਣੀਆਂ ਮੋਟੀਆਂ। ਠੀਕ ਹੋ ਗਿਆ। ਇੱਕ ਛਟਾਕੀ ਮਿਰਚਾਂ ਲੈ ਲੈਣੀਆਂ ਕਾਲੀਆਂ। ਠੀਕ ਹੈ। ਇਹ ਦੋਵੇਂ ਚੀਜ਼ਾਂ ਰਲਾ ਕੇ ਕੁੱਟ ਕੇ ਨਾ ਬਰੀਕ ਅੱਛਾ ਗੋੜੇ 'ਚ ਪਾ ਕੇ ਤੇ ਉਹਨੂੰ ਅੱਧਾ ਕਿਲੋ ਗੁੜ ਤੇ 2 ਛਟਾਕ ਇਹ ਵਜ਼ਨ ਦੇ ਦੇ। ਅੱਛਾ 4 ਦਿਨ ਛੱਡ ਕੇ 5 ਫਿਰ ਇਹ ਚੀਜ਼ਾਂ ਉਹ ਫਿਰ ਦੇ ਦੇਣੀ ਤੇ ਗੁੜ ਉਹਨੂੰ ਨਾਲ ਦਿੱਤੀ ਰੱਖਣੀ। ਅੱਛਾ ਯਾਨੀ ਇਹ ਨੁਕਸਾ ਅੱਜ ਦੇ ਲਿਆ ਨਾ, ਕੱਲ ਫਿਰ ਉਹਨੂੰ ਪਾਈਆ 1.5 ਪਾਈਆ ਅੱਧਾ ਕਿਲੋ ਗੁੜ ਫਿਰ ਦੇ ਦਿਓ, ਪਰਸੋਂ ਫਿਰ ਦੇ ਦਿਓ। ਠੀਕ ਹੈ। ਗੁੜ ਨਾਲ ਦਿੱਤੀ ਰੱਖੋ। ਚੌਥੇ ਜਾਂ ਪੰਜਵੇਂ ਦਿਨ ਇਹ ਚੀਜ਼ਾਂ ਫਿਰ ਕੁੱਟ ਕੇ ਦੁਬਾਰਾ ਦੇ ਦਿਓ। ਅਗਰ ਅੰਦਰੂਨੀ ਉਹਨੂੰ ਕੋਈ ਨੁਕਸ ਹੈ, ਉਹਦੀ ਵਜ੍ਹਾ ਤੋਂ ਜਾਲਾ ਰੁਕ ਗਿਆ, ਕੋਈ ਮਸਲਾ ਹੋ ਗਿਆ, ਠੀਕ ਹੈ, ਉਹ ਜਨਾਬ ਦੁੱਧ ਪੂਰਾ ਕਰ ਜਾਏ, ਅੱਗੇ ਨਾਲੋਂ ਵੀ ਜ਼ਿਆਦਾ ਕਰ ਜਾਏ। ਜ਼ਬਰਦਸਤ, ਕੀ ਬਾਤ ਹੈ। ਮੱਝ ਦੇ ਥਾਣੇ ਨਾੜ ਆ ਜਾਂਦੀ ਹੈ। ਅਮੂਮਨ ਆ ਮੇਰੀ ਇੱਕ ਮੱਝ ਦੇ ਇਧਰ ਥਾਣੇ 'ਚ ਨਾ 2 'ਚ ਨਾੜ ਹੈ, ਇਹ ਤੇ ਸੂਈ ਹੈ ਤੇ ਉਦੋਂ ਦੇ ਬੰਦ ਨੇ। ਠੀਕ ਹੈ। ਉਹਦਾ ਵਾਹ ਦਿਲਾ ਲੋਕ ਤਾਂ ਕਹਿੰਦੇ ਨੇ ਨਾ ਵੀ ਨਾੜ ਰੁਕਦੀ ਹਟਦੀ ਨਹੀਂ ਹੈ। ਜਿਸ ਬੰਦੇ ਨੂੰ ਮੈਂ ਚੈਲੰਜ ਨਾਲ ਆਣਾ ਲਿਖ ਕੇ ਦੇਣਾ, ਅੱਛਾ ਮੇਰਾ ਨੁਕਸਾ ਦੇਵੇ, ਥਾਣੇ 'ਚ ਨਾੜ ਰਹਿ ਜਾਵੇ, ਮੈਂ ਜੁਰਮਦਾਰ। ਕੀ ਬਾਤ, ਕੀ ਬਾਤ, ਜ਼ਬਰਦਸਤ। 4 ਗਲਗਲਾਂ ਲੈ ਲੈਣੀਆਂ, ਗਲਗਲ ਹੁੰਦੀ ਹੈ, ਠੀਕ ਹੈ, ਵੱਡੀਆਂ 4 ਗਲਗਲਾਂ ਲੈ ਲੈਣੀਆਂ। ਠੀਕ ਹੈ। 1 ਕਿਲੋ ਨਮਕ ਲੈ ਲੈਣਾ, ਸ਼ੀਸ਼ਾ ਰੋੜੀ ਵਾਲਾ ਲੈਣਾ, ਪੀਠਾ ਨਹੀਂ ਲੈਣਾ। ਠੀਕ ਹੋ ਗਿਆ। ਉਹਨੂੰ ਆਪ ਬਹਿ ਕੇ ਬਰੀਕ ਪੀਣਾ। ਠੀਕ ਹੋ ਗਿਆ। ਕੁੱਟ ਕੇ ਬਰੀਕ ਪੀ ਕੇ ਉਸ ਦੇ 4 ਹਿੱਸੇ ਕਰ ਲੈਣੇ ਨੇ। ਅੱਛਾ ਗਲਗਲ। ਠੀਕ ਹੈ। ਸ਼ਾਮ ਨੂੰ ਉਹਦੇ ਉੱਤੇ ਨਮਕ ਪਾਈਆ ਪੂਰਾ ਤੋਲ ਕੇ ਉਹਨਾਂ 4 ਪੀਸਾਂ ਤੇ ਲਾ ਦੇਣਾ। ਅੱਛਾ ਲਾ ਕੇ ਤੇ ਉਹਨੂੰ ਰੱਖ ਦੇਣਾ। ਅੱਛਾ ਸਵੇਰ ਉੱਠ ਕੇ ਉਹਨੂੰ ਮੱਝ ਨੂੰ ਖਵਾ ਦੇ ਜਿਹੜੇ ਤੇ ਥਾਣੇ ਨਾਲ। ਅਗਲਾ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ ਫੇਰ ਉਹੀ ਗਲਗਲ ਉਵੇਂ ਹੀ ਕੱਟ ਕੇ ਫੇਰ ਪਾਈਆ ਲੂਣ ਉਸ ਤੇ ਲਾ ਕੇ ਰੱਖ ਦੇਣੀ। ਅੱਛਾ ਸਵੇਰ ਉੱਠ ਕੇ ਫੇਰ ਖਵਾ ਦੇ। ਅਗਲਾ ਦਿਨ ਛੱਡ ਕੇ ਫੇਰ 1 ਗਲਗਲ ਕੱਟੋ। ਜਦੋਂ ਤੀਸਰੀ ਗਲਗਲ ਕੱਟ ਕੇ ਦਿਓਗੇ ਨਾ ਤੇ ਚੌਥੀ ਦਿਓਗੇ, ਖਾਣਾ ਹੀ ਹੋਏਗਾ ਬਿਲਕੁਲ ਕਲੀਅਰ, ਨਾ ਕੋਈ ਨਾੜ, ਨਾ ਕੋਈ ਕਈ ਸ਼ੈ, ਨਾ ਕੋਈ। ਜ਼ਬਰਦਸਤ, ਕੀ ਬਾਤ, ਕੀ ਬਾਤ ਹੈ। ਅੱਛਾ ਤੁਹਾਨੂੰ ਦੱਸਿਆ ਕਿ ਇੱਕ ਤੇ ਮੱਝ ਨੂੰ ਅੰਦਰੋਂ ਨੁਕਸ ਹੋਈ ਹੈ ਤੇ ਫਿਰ ਤੁਸੀਂ ਫਾਰਮੂਲਾ ਦੱਸ ਰਿਹਾ ਕਿ ਦੁੱਧ ਅਗਰ ਘਟਾਈਏ ਤਾਂ ਹੋ ਗਿਆ। ਉਂਝ ਅਗਰ ਮੱਝ ਜਿਹੜੀ ਹੈ ਉਹ ਦੁੱਧ ਘਟਾਈ ਜਾਂਦੀ ਹੈ, ਮਸਲਨ ਘੱਟ ਵੰਡਾ ਛੰਡਾ ਪਾਉਣ ਤੋਂ ਜਾਂ ਉਂਝ ਕਿਤੇ ਲੱਗ ਗਿਆ ਕਸਾ ਲੱਗ ਗਿਆ ਖਾਣੇ ਦਾ, ਹਾਂਜੀ, ਉਦੋਂ ਫਿਰ ਕੀ ਕਰੀਦਾ? ਪੱਠੇ ਵਧਾਈ ਦੇਣਾ ਜਾਂ ਵੰਡਾ ਵਧਾਈਦਾ? ਕੀ ਵਧਾਈ? ਕੁਝ ਵੀ ਨਹੀਂ ਕਰੀਦਾ, ਉਹਨੂੰ ਗੁੜ ਦਿਓ। ਅੱਛਾ ਗੁੜ ਸਭ ਤੋਂ ਅੱਛੀ ਚੀਜ਼। ਸਹੀ ਹੈ। ਅੱਧਾ ਕਿਲੋ ਗੁੜ ਦੇ ਛੱਡਿਆ, 1 ਦਿਨ ਦਿੱਤਾ, 1 ਦਿਨ ਛੱਡ ਕੇ 3-4 ਕਿਲੋ ਗੁੜ ਦੇਗਾ, ਦੁੱਧ ਆਪਣੇ ਆਪ ਬਰਾਬਰ ਕਰ ਦੇ। ਟੀਕਾ ਲਵਾਉਣਾ ਬਿਹਤਰ ਹੁੰਦਾ ਹੈ ਜਾਂ ਵਿੱਚ ਝੋਟਾ ਛੱਡਣਾ ਬਿਹਤਰ ਹੁੰਦਾ? ਝੋਟਾ ਛੱਡਣਾ ਬਿਹਤਰ। ਠੀਕ ਹੈ। ਟੀਕੇ ਦਾ ਕੀ ਨੁਕਸਾਨ ਹੈ? ਟੀਕੇ ਦਾ ਕੋਈ ਨੁਕਸਾਨ ਨਹੀਂ। ਟੀਕਾ ਕੋਈ ਹੁਣ ਹੈ, ਮੇਰੀ ਇੱਕ ਮੱਝ ਹੈ, ਇਹਨੇ 2 ਵਾਰੀ ਟੀਕਾ ਰਖਾਇਆ, ਇਹਨੂੰ 2 ਵਾਰੀ ਰਖਾਇਆ, ਇਹ ਫਿਰ ਜਾ ਕੇ ਰੁਕੀ ਹੈ। ਅੱਛਾ। ਅਬ ਪਰਲੀ ਨੂੰ ਸ਼ਾਮੀ ਰਖਾਇਆ। ਅੱਛਾ। ਡਾਕਟਰ ਆਖਿਆ ਵੀ ਸਵੇਰੇ ਫੇਰ ਰੱਖਣਾ, ਉਹਨੂੰ ਫੇਰ ਰੱਖਿਆ, ਉਹ ਕੱਲ ਦਾ ਪਰਸੋਂ ਦਾ ਮੈਨੂੰ ਸ਼ੱਕ ਹੈ ਵੀ ਉਹ ਫੇਰ ਬੋਲ ਪਈ ਹੈ। ਅੱਛਾ। ਝੋਟਾ ਵਿੱਚ ਹੋਵੇ ਨਾ ਜੀ ਜੀ ਤੇ ਟੈਨਸ਼ਨ ਕਾਈ ਨਹੀਂ ਹੁੰਦੀ। ਤੁਹਾਡੇ ਕੋਲ ਇਸ ਟਾਈਮ ਛੋਟੇ ਵੱਡੇ ਜਾ ਪਾ ਕੇ ਸਾਰੇ ਟੋਟਲ ਕਿੰਨੇ ਨੇ ਜਾਨਵਰ? ਮੇਰੇ ਕੋਲ ਜੀ 20 ਜਾਨਵਰ। ਇਹ ਮੱਝਾਂ ਵੀ ਤੇ ਛੋਟੇ ਜਾ ਵੀ ਪਾ ਕੇ? ਛੋਟੇ ਜਾ ਪਾ ਕੇ 20-22 ਡੰਗਰ ਬੰਦੇ। 20-22 ਡੰਗਰ ਬੰਦੇ ਨੇ। ਤੇ ਤੁਹਾਡੇ ਕੋਲ ਲਹਿਰੀਆਂ ਮੱਝਾਂ ਕਿੰਨੀਆਂ ਨੇ? ਲਹਿਰੀਆਂ ਮੇਰੇ ਕੋਲ 8 ਮੱਝਾਂ ਨੇ। ਕਿੰਨਾ ਕੁ ਦੁੱਧ ਹੋ ਜਾਂਦਾ ਉਹਨਾਂ ਦਾ? ਦੁੱਧ ਤੁਹਾਨੂੰ ਦੱਸਿਆ ਜੀ, ਮੇਰਾ ਇੱਕ ਟਾਈਮ ਦਾ ਤਕਰੀਬਨ 50 ਕਿਲੋ ਸ਼ਾਮ ਦਾ ਹੋ ਜਾਂਦਾ ਜੀ, ਤੇ ਕੋਈ 40-45 ਕਿਲੋ ਸਵੇਰ ਦਾ ਹੋ ਜਾਂਦਾ, ਕਿਉਂਕਿ ਮੱਝਾਂ ਵਿੱਚ ਅਠਫਾਰੀਆਂ ਨੇ ਜੀ ਜੀ। ਸ਼ਾਮ ਨੂੰ ਉਹ ਫਿਰ ਚੋਈਦੀਆਂ ਨੇ ਤੇ ਸ਼ਾਮ ਨੂੰ ਜ਼ਿਆਦਾ ਹੁੰਦਾ। ਠੀਕ ਹੈ। ਸਵੇਰੇ ਫਿਰ ਘੱਟ ਹੁੰਦੀਆਂ ਨੇ ਤੇ ਤਕਰੀਬਨ 45 ਕਿਲੋ ਸਵੇਰ ਵੀ ਹੋ ਜਾਂਦਾ। ਠੀਕ ਹੋ ਗਿਆ, ਜ਼ਬਰਦਸਤ। ਯਾਨੀ ਕਿ ਤਕਰੀਬਨ 100 ਕਿਲੋ ਦੁੱਧ ਜਿਹੜਾ ਹਾਂਜੀ ਹੋ ਜਾਂਦਾ, 2 ਮਣ 20 ਕਿਲੋ ਜਦੋਂ ਤੁਹਾਡਾ ਬਣ ਜਾਂਦਾ। ਠੀਕ ਹੋ ਗਿਆ, ਜ਼ਬਰਦਸਤ। ਅੱਛਾ ਹੋਰ ਵੀ ਕੋਈ ਮੱਝਾਂ ਦਾ ਅਹਿਮ ਗੱਲ ਜਿਹੜੀ ਅਸੀਂ ਨਹੀਂ ਪੁੱਛ ਸਕੇ, ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਿਸਾਨ ਭਾਈ ਨੇ, ਫਾਰਮਰ ਨੇ, ਮਸ਼ਵਰੇ ਦੇ ਤੌਰ ਤੇ, ਸਦਕਾ ਜਾਰੀਆ ਦੇ ਤੌਰ ਤੇ ਕੋਈ ਐਸੀ ਗੱਲ ਦੱਸੋ ਜਿਹੜਾ ਤਾਂ ਹਯਾਤੀ ਉਹਨਾਂ ਦੇ ਕੰਮ ਆਉਂਦਾ ਰਹੇ? ਮੱਝਾਂ ਨੂੰ ਤਾਂ ਦੇਖੋ ਜੀ ਕਈ ਨੁਕਸ ਹੁੰਦੇ ਨੇ। ਇੱਕ ਜ਼ਬਾਨ ਦਾ ਫਰਕ ਹੁੰਦਾ ਹੈ, ਇਹ ਇਲਾਕੇ ਦਾ ਫਰਕ ਹੁੰਦਾ ਹੈ। ਠੀਕ ਹੈ। ਅਸੀਂ ਜਿਹੜਾ ਮੂੰਹ ਖੋਰਾ ਹੈ ਨਾ, ਉਸ ਦਾ ਵਾਇਦ ਇਲਾਜ ਵੀ ਡੰਗਰ ਨੂੰ ਮੂੰਹ ਖੋਰਾ ਹੋ ਜਾਵੇ ਨਾ, ਅਸੀਂ ਦਵਾਈ ਕਦੇ ਨਹੀਂ ਦਿੱਤੀ। ਠੀਕ ਹੈ। ਨਾ ਡਾਕਟਰ ਨੂੰ ਕਦੇ ਸੱਦਿਆ। ਠੀਕ ਹੈ। ਰੋਟੀ ਪਕਾ ਲੈਣੀ ਹੈ, ਚਾਹੇ ਉਹ ਤੰਦੂਰ ਤੇ ਪਕਾ ਲਈਏ, ਚਾਹੇ ਤਵੇ ਤੇ ਪਕਾ ਲਈਏ। ਠੀਕ ਹੈ। ਉਹ ਹਲਕੀ ਨੀਮ ਕੋਸੀ ਨਾ, ਉਹ ਠੰਡੀ ਹੋਵੇ ਤੇ ਨਾ ਐਡੀ ਗਰਮ ਹੋਵੇ। ਠੀਕ ਹੈ। ਨੀਮ ਗਰਮ ਹੋਵੇ, ਹਾਂ, 1-2 ਰੋਟੀਆਂ ਖਵਾ ਦੇ, ਡੰਗਰ ਸਹੀ ਹੋ ਜਾਂਦਾ ਮੂੰਹ ਖੋਰਾ। ਅੱਛਾ। ਸਾਡਾ ਇਹ ਫਾਰਮੂਲਾ ਸਭ ਤੋਂ ਸ਼ਾਰਟ ਤੇ ਮੁਖਤਸਰ ਫਾਰਮੂਲਾ ਹੈ ਨਾ। ਅਸੀਂ ਕਦੀ ਕਿਸੇ ਡਾਕਟਰ ਤੋਂ ਮਸ਼ਵਰਾ ਲਿਆ ਨਾ, ਕੋਈ ਗੱਲ। ਸਹੀ। ਅਸੀਂ ਆਪ ਸਾੜੂ ਮਾਰ ਜਾਂਦੀਆਂ ਮੱਝਾਂ ਜੀ, ਉਸ ਦਾ ਅਸੀਂ ਕਦੀ ਕਿਸੇ ਡਾਕਟਰ ਤੋਂ ਦਵਾਈ ਨਹੀਂ ਲਈ। ਅਸੀਂ ਮੈਂ ਆਪਣਾ ਮਿਸਾਲਾ ਦੇਣਾ, ਆਪੇ ਸਹੀ ਕਰਨਾ। ਠੀਕ ਹੋ ਗਿਆ। ਮੱਝ ਸਾੜੂ ਮਾਰ ਗਈ ਹੈ, ਖਾਣੇ 'ਚ ਖੂਨ ਆ ਗਿਆ, ਯਾਨੀ ਕਿ ਇੱਕ ਤੇ ਲੋਕ ਮਾਰਦੇ ਨੇ ਡੰਗਰਾਂ ਨੂੰ, ਮਾਰਨ ਤੋਂ ਵੀ ਖੂਨ,
ਇਹ ਜਿਹੜੀ ਕੂਣੀ ਹੁੰਦੀ ਹੈ ਨਾ, ਅੱਛਾ, ਇਹ ਇੱਥੇ ਕਰ ਤੇ ਮਾਰ ਦਈਏ ਨਾ ਡੰਗਰ ਨੂੰ ਤਾਜ਼ੇ ਸੂਏ, ਅੱਛਾ, ਤੇ ਉਹ ਥਣਾ ਚੁਣਾ ਜਦੋਂ ਚੋਗੇ ਤੇ ਉਦੋਂ ਖੂਨ ਆ ਜਾਏਗਾ। ਜਿਹੜੀ ਆ ਕੂਣੀ ਹੈ ਨਾ, ਅੱਛਾ, ਇਹ ਲੱਗਦੀ ਹੈ ਇਹਨਾਂ ਜਗ੍ਹਾ ਤੇ, ਅੱਛਾ, ਤੇ ਉਹ ਫਿਰ ਜਿਹੜੀ ਦੁੱਧ ਵਾਲੀ ਮੱਝ ਹੈ ਨਾ, ਉਹਦੇ ਥਣਾ 'ਚ ਖੂਨ ਆ ਜਾਏ। ਉਹ ਡੰਡਾ ਕੋਨੀ ਇੱਥੇ ਐਸ ਵਾਸਤੇ ਮਾਰਦੇ ਨੇ ਇਸ ਜਗ੍ਹਾ ਤੇ ਕਿ ਮੱਝ ਨੂੰ ਤੜਫਦੀ ਹੈ, ਤੜਫਦੀ ਹੈ, ਖਲੀ ਹੋ ਜਾਵੇ, ਇਹ ਬੇਵਕੂਫੀ ਹੁੰਦੀ। ਅੱਛਾ, ਡੰਗਰ ਨੂੰ ਤਾਂ ਕੋਈ ਚੀਜ਼ ਨਹੀਂ ਮਾਰਨੀ ਚਾਹੀਦੀ, ਖੁਦਾ ਦੀ ਕੁਦਰਤ ਹੈ। ਵੇਖੋ ਜੀ, ਇਹ ਬੇਜ਼ਬਾਨ ਹੈ, ਬਿਲਕੁਲ ਅੱਲਾਹ ਤਾਲਾ ਨੇ ਮੇਰੇ ਤੋਂ ਪੁੱਛਣਾ, ਜ਼ਿੰਮੇਵਾਰੀ ਮੇਰੀ ਹੈ, ਬਿਲਕੁਲ। ਇਹ ਬੇਜ਼ੁਬਾਨ ਨੇ, ਨਹੀਂ ਬੋਲ ਸਕਦੇ, ਇਹਨਾਂ ਨੂੰ ਮਾਰਨਾ ਤਾਂ ਚਾਹੀਦਾ ਹੀ। ਸਹੀ ਹੋ ਗਿਆ, ਬੜੀ ਜ਼ਬਰਦਸਤ ਗੱਲ। ਕਿਉਂ ਜਦੋਂ ਵੀ ਇਹਨਾਂ ਬਦਦੁਆ ਕਰਨੀ ਹੈ ਨਾ, ਤੇ ਸਾਡੇ ਹੱਕ 'ਚ ਕਰਨੀ, ਠੀਕ ਹੈ, ਤੇ ਇਹਨਾਂ ਦੀ ਬਦਦੁਆ ਅਰਸ਼ ਮੁਹੱਲਾ ਤੇ ਸੁਣੀ ਜਾਂਦੀ। ਬਿਲਕੁਲ ਬੇਜ਼ੁਬਾਨ ਹੈ। ਕੀ ਬਾਤ ਹੈ, ਸੱਚੀਆਂ ਖਰੀਆਂ ਗੱਲਾਂ ਤੁਸੀਂ ਕਰ ਰਹੇ ਹੋ। ਸੱਚੀ ਗੱਲ। ਬਹੁਤ ਸ਼ੁਕਰੀਆ ਜੀ, ਅਸਲਾਮ ਵਾਲੇਕੁਮ, ਤੁਸੀਂ ਬੜੀ ਮੁਫੀਦ ਮਾਲੂਮਾਤ ਦਿੱਤੀ ਹੈ।